ਹਾਂਜੀ ਲਾਈਫ ਟਿਊਬਰ ਪੰਜਾਬੀ ਦੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਮੇਰਾ ਨਾਮ ਹੈ ਗਗਨਦੀਪ ਕੌਰ। ਮੇਰੇ ਵੱਲੋਂ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪਿਛਲੀ ਵੀਡੀਓ ਦੇ ਵਿੱਚ ਮੈਂ ਆਪਣੀ ਕੈਨੇਡਾ ਦੇ ਵਿੱਚ ਜਿਹੜਾ ਸਾਰਾ ਐਕਸਪੀਰੀਅੰਸ ਆ, ਜੌਬ ਐਕਸਪੀਰੀਅੰਸ, ਡਿਫਰੈਂਟ ਜੌਬਸ ਨੇ ਜਿਹੜੀਆਂ ਹੁਣ ਤੱਕ ਮੈਂ ਕੀਤੀਆਂ ਨੇ, ਉਹ ਸਾਰੀਆਂ ਸ਼ੇਅਰ ਕੀਤੀਆਂ ਸੀਗੀਆਂ। ਫਿਰ ਮੈਂ ਸੋਚਿਆ ਕਿ ਹਰੇਕ ਜੌਬ ਦੇ ਵਿੱਚ ਮੈਂ ਜਿਹੜੇ ਹਾਰਡ ਸਕਿੱਲਸ ਜਾਂ ਜਿਹੜੇ ਸੌਫਟ ਸਕਿੱਲਸ ਲਰਨ ਕੀਤੇ ਆ, ਜਿਹਨੂੰ ਤੁਸੀਂ ਦੂਸਰੀ ਜੌਬ ਦੇ ਵਿੱਚ ਕੈਰੀ ਕਰ ਸਕਦੇ ਹੋ, ਉਹ ਸਾਰੇ ਤੁਹਾਡੇ ਨਾਲ ਡਿਸਕਸ ਕਰਾਂ। ਤੇ ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਰੈਸਟੋਰੈਂਟ ਜੌਬ, ਜਿਹੜੀ ਮੇਰੀ ਸਭ ਤੋਂ ਪਹਿਲੀ ਜੌਬ ਸੀ ਕੈਨੇਡਾ ਦੇ ਵਿੱਚ। ਉਹ ਕਿਵੇਂ ਹੁੰਦੀ ਆ, ਕਿਹੜੀ ਡਿਫਰੈਂਟ ਟਾਈਪਸ ਦੀ ਹੁੰਦੀ ਆ, ਤੇ ਉਹਦੇ 'ਚ ਕਿਹੜੇ ਉਹਦੇ ਪ੍ਰੋਜ਼ ਨੇ, ਕਿਹੜੇ ਉਹਦੇ ਕੌਨਸ ਨੇ, ਕਿਹੜੇ ਉਹਦੇ ਹਾਰਡ ਸਕਿੱਲਸ ਨੇ ਜਿਹੜੇ ਕਿ ਉਸੇ ਤਰ੍ਹਾਂ ਦੀ ਉਸੇ ਫੀਲਡ ਦੇ ਵਿੱਚ ਤੁਸੀਂ ਯੂਜ਼ ਕਰ ਸਕਦੇ ਹੋ, ਤੇ ਕਿਹੜੇ ਉਹਦੇ ਸੌਫਟ ਸਕਿੱਲਸ ਨੇ ਜਿਹੜੇ ਤੁਸੀਂ ਸਿੱਖ ਕੇ ਕਿਸੇ ਹੋਰ ਜੌਬ ਦੇ ਵਿੱਚ ਅਪਲਾਈ ਕਰ ਸਕਦੇ ਹੋ। ਤਾਂ ਚਲੋ ਜੀ ਵੀਡੀਓ ਸ਼ੁਰੂ ਕਰਦੇ ਹਾਂ। ਰੈਸਟੋਰੈਂਟ ਦੀ ਜਿਹੜੀ ਜੌਬ ਆ ਉਹ ਮੋਸਟ ਕਾਮਨਲੀ 3 ਤਰ੍ਹਾਂ ਦੀ ਹੁੰਦੀ ਆ। ਪਹਿਲੀ ਉਹਦੇ 'ਚ ਆ ਜਾਂਦੀ ਹੈ ਸਰਵਰ ਦੀ ਜੌਬ। ਉਹਦੇ ਵਿੱਚ ਕੀ ਆ, ਤੁਸੀਂ ਜਾ ਕੇ ਜਿਹੜੇ ਕਸਟਮਰਸ ਨੇ ਉਹਨਾਂ ਤੋਂ ਆਰਡਰ ਲੈ ਕੇ ਆਉਣੇ ਆ, ਫਿਰ ਤੁਸੀਂ ਕਿਚਨ ਦੇ ਵਿੱਚੋਂ ਜਿਹੜੇ ਉਹ ਆਰਡਰ ਨੇ ਉਹ ਲਿਜਾ ਕੇ ਸਰਵ ਕਰਨੇ ਆ, ਤੇ ਫਿਰ ਜਦੋਂ ਕਸਟਮਰ ਚਲਾ ਜਾਂਦਾ ਤੁਸੀਂ ਉਹਨਾਂ ਦੇ ਜਿਹੜੇ ਡਿਸ਼ਜ਼ ਨੇ ਉਹ ਕਲੈਕਟ ਕਰਨੇ ਆ, ਤੇ ਉਹ ਜਿਹੜਾ ਟੇਬਲ ਵਗੈਰਾ ਉਹ ਸਾਰਾ ਕਲੀਨ ਕਰਨਾ। ਇਹਦੇ 'ਚ ਇਹ ਵਾਲਾ ਪਾਰਟ ਆ ਗਿਆ। ਸੈਕਿੰਡ ਜਿਹੜੀ ਜੌਬ ਆ ਜਿਹੜੀ ਮੈਂ ਕੀਤੀ ਸੀਗੀ, ਉਹਦੇ 'ਚ ਹੈਗਾ ਕਿ ਡਿਫਰੈਂਟ ਸੈਟਅਪ ਦੇ ਰੈਸਟੋਰੈਂਟ ਹੁੰਦੇ ਆ ਜਿੱਥੇ ਸਿਰਫ ਬਫੇ ਟਾਈਪ ਹੁੰਦਾ। ਉਹਦੇ 'ਚ ਕੀ ਹੁੰਦਾ ਕਿ ਕਸਟਮਰ ਜਿਹੜਾ ਉਹਨੇ ਖੁਦ ਆਪਣੀ ਪਲੇਟ ਲੈ ਕੇ ਆਉਣੀ ਆ, ਤੁਸੀਂ ਬਿਹਾਈਂਡ ਦਾ ਕਾਊਂਟਰ ਰਹਿ ਕੇ ਜਿਹੜੀ ਵੀ ਉਹਨਾਂ ਦੀ ਚੋਇਸ ਦੀ ਵੈਜੀਟੇਬਲ ਆ ਜਾਂ ਜਿਹੜਾ ਵੀ ਉਹਨਾਂ ਨੇ ਖਾਣਾ, ਜਿਹੜਾ ਉਹਨਾਂ ਦੀ ਚੋਇਸ ਦੀ ਆਪਸ਼ਨਸ ਨੇ, ਉਹ ਤੁਸੀਂ ਬਸ ਉਹਨਾਂ ਦੀ ਪਲੇਟ ਦੇ ਵਿੱਚ ਪਾਉਣੀਆਂ ਨੇ। ਉਹਨਾਂ ਨੇ ਜਾ ਕੇ ਆਪਦਾ ਖਾਣਾ ਆ, ਤੇ ਜਦੋਂ ਉਹ ਚਲੇ ਗਏ ਉਹਨਾਂ ਨੇ ਆਪਣੇ ਜਿਹੜੇ ਡਿਸ਼ਸ ਨੇ ਉਹ ਖੁਦ ਜਾ ਕੇ ਬਾਕਸ 'ਚ ਰੱਖਣੇ ਆ। ਤੁਹਾਡਾ ਕੰਮ ਆ ਕਿ ਤੁਸੀਂ ਜਿਹੜਾ ਉਹ ਬਾਕਸ ਆ ਪਿੱਛੇ ਕਿਚਨ 'ਚ ਲਿਜਾ ਕੇ ਜਿਹੜੇ ਡਿਸ਼ ਵਾਸ਼ਰ ਨੇ ਉਹਨਾਂ ਨੂੰ ਦੇ ਦੇਣਾ, ਤਾਂ ਕਿ ਉਹਨਾਂ ਨੇ ਡਿਸ਼ਿਸ ਜਿਹੜੀਆਂ ਨੇ ਉਹ ਕਲੀਨ ਕਰਨੀਆਂ ਨੇ ਤੇ ਦੁਬਾਰਾ ਫਿਰ ਉਹ ਰੀਯੂਜ਼ ਦੇ ਲਈ ਰੱਖਣੀਆਂ ਨੇ ਡਰਾਈ ਹੋਣ ਤੋਂ ਬਾਅਦ। ਤੇ ਨਾਲ ਤੁਸੀਂ ਜਿਹੜਾ ਬਫੇ ਆ ਉਹਨੂੰ ਤੁਸੀਂ ਫਿਲ ਕਰਕੇ ਰੱਖਣਾ ਕਿ ਤਾਂ ਕਿ ਉਹ ਪ੍ਰੈਜ਼ੈਂਟੇਬਲ ਰਵੇ। ਓਬਵੀਅਸਲੀ ਕਸਟਮਰ ਦੇ ਲਈ ਜੇ ਖਾਲੀ ਹੋਊਗਾ ਤਾਂ ਉਹ ਆਪਸ਼ਨ ਦੇ ਲਈ ਉਹ ਕਿਵੇਂ ਜਾਣਗੇ, ਰਾਈਟ। ਤੇ ਤੀਸਰੀ ਜਿਹੜੀ ਆ ਟਾਈਪ ਦੀ ਜੌਬ ਆ ਉਹ ਹੋਗੀ ਸ਼ੈਫ ਟਾਈਪ ਦੀ। ਉਹਦੇ ਵਿੱਚ ਇਹ ਆ ਕਿ ਤੁਸੀਂ ਸਿਰਫ ਪਿੱਛੇ ਕਿਚਨ ਦੇ ਵਿੱਚ ਕੰਮ ਕਰਨਾ। ਉਹਦੇ ਵਿੱਚ ਇਹ ਆ ਕਿ ਜੇ ਤੁਸੀਂ ਥੋੜ੍ਹਾ ਬਹੁਤ ਹੋਟਲ ਮੈਨੇਜਮੈਂਟ ਦਾ ਕੰਮ ਕੀਤਾ ਹੋਇਆ ਜਾਂ ਤੁਹਾਨੂੰ ਥੋੜ੍ਹੇ ਰੈਸਿਪੀਜ਼ ਆਉਂਦੀ ਹੈ, ਕੁਕਿੰਗ 'ਚ ਤੁਹਾਡਾ ਐਕਸਪੀਰੀਅੰਸ ਆ, ਤਾਂ ਤੁਸੀਂ ਕੁਕਿੰਗ ਕਰ ਸਕਦੇ ਆ। ਤੇ ਦੂਸਰਾ ਆਪਸ਼ਨ ਹੈਗੀ ਆ ਕਿ ਜਿਹੜੇ ਆਪਣੇ ਪੰਜਾਬੀ ਰੈਸਟੋਰੈਂਟ ਨੇ ਉਹਦੇ ਵਿੱਚ ਕਾਫੀ ਜਿਹੜੀਆਂ ਚੀਜ਼ਾਂ ਨੇ ਉਹ ਪ੍ਰੀ ਮੇਡ ਬਣਾ ਕੇ ਰੱਖਣੇ ਪੈਂਦੇ, ਜਿਵੇਂ ਜਿਹੜੇ ਸਮੋਸੇ ਨੇ ਉਹਨਾਂ ਦੀ ਫਿਲਿੰਗ ਹੋ ਗਈ, ਜਾਂ ਜਿਹੜੀਆਂ ਮਠਿਆਈਆਂ ਨੇ ਉਹ ਪਹਿਲਾਂ ਬਣਾ ਕੇ ਉਹ ਜਿਹੜਾ ਵਾਕ ਇਨ ਫਰੀਜ਼ਰ ਆ ਉਹਦੇ 'ਚ ਰੱਖੀਆਂ ਜਾਂਦੀਆਂ ਨੇ। ਤਾਂ ਉਹ ਜਿਹੜੀ ਪ੍ਰੈਪਰੇਸ਼ਨ ਆ ਉਹ ਜਿਹੜੀ ਪਿੱਛੇ ਕਿਚਨ ਦੇ ਵਿੱਚ ਰਹਿ ਕੇ ਹੋਗੀ। ਇਹ 3 ਤਰ੍ਹਾਂ ਦੀਆਂ ਜੌਬਸ ਹੋ ਗਈਆਂ। ਮੇਰੇ ਲਈ ਜਿਹੜੇ ਸਭ ਤੋਂ ਜ਼ਿਆਦਾ ਪਹਿਲਾਂ ਸਟਰਗਲ ਦੀ ਆਈ ਸੀਗੀ ਪ੍ਰੋਬਲਮ, ਉਹ ਇਹ ਸੀਗੀ ਕਿਉਂਕਿ ਮੈਂ ਖੁਦ ਵੈਜੀਟੇਰੀਅਨ ਆ, ਤਾਂ ਮੈਂ ਇਹੀ ਲੱਭ ਰਹੀ ਸੀ ਕਿ ਮੈਨੂੰ ਵੈਜੀਟੇਰੀਅਨ ਜਿਹੜੀ ਪਲੇਸ ਆ ਫੁੱਲੀ ਵੈਜੀਟੇਰੀਅਨ ਉੱਥੇ ਹੀ ਕੰਮ ਮਿਲੇ, ਤੇ ਜਿੱਥੇ ਜਿਹੜਾ ਅਲਕੋਹਲ ਵਗੈਰਾ ਕੁਛ ਨਾ ਹੋਵੇ। ਤਾਂ ਉਹ ਤੁਹਾਡੇ 'ਤੇ ਡਿਪੈਂਡ ਕਰਦਾ ਕਿ ਜੇ ਤੁਸੀਂ ਨੋਨ ਵੈਜ ਖਾਂਦੇ ਹੋ ਤਾਂ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੋਊਗੀ, ਪਰ ਜੇ ਤੁਸੀਂ ਵੈਜੀਟੇਰੀਅਨ ਹੋ ਤਾਂ ਵੈਜੀਟੇਰੀਅਨ ਆਪਸ਼ਨਸ ਵੀ ਹੈਗੀਆਂ ਨੇ ਜਿਹੜੇ ਕੰਪਲੀਟਲੀ ਵੈਜੀਟੇਰੀਅਨ ਰੈਸਟੋਰੈਂਟ ਨੇ, ਤੇ ਉੱਥੇ ਕੋਈ ਅਲਕੋਹਲ ਵਗੈਰਾ ਵੀ ਨਹੀਂ ਹੁੰਦੀ ਹੈਗੀ, ਤੇ ਤੁਸੀਂ ਉਹ ਵਾਲੀ ਆਪਸ਼ਨ ਦੇ ਲਈ ਜਾ ਸਕਦੇ ਹੋ। ਇਹ ਹੁੰਦਾ ਕਿ ਇਨੀਸ਼ੀਅਲੀ ਤੁਹਾਨੂੰ ਥੋੜੀ ਪ੍ਰੋਬਲਮ ਆਊਗੀ ਲੱਭਣ ਦੇ ਵਿੱਚ, ਪਰ ਇਹ ਨਹੀਂ ਹੁੰਦਾ ਕਿ ਹਾਂ ਜੌਬ ਮਿਲ ਜਾਂਦੀ ਹੈ। ਕਾਫੀ ਵੈਜੀਟੇਰੀਅਨ ਰੈਸਟੋਰੈਂਟ, ਈਵਨ ਹੁਣ ਤਾਂ ਵੀਗਨਿਜ਼ਮ ਦਾ ਇੰਨਾ ਜ਼ਿਆਦਾ ਮਾਹੌਲ ਚੱਲ ਰਿਹਾ, ਕਾਫੀ ਵੀਗਨ ਰੈਸਟੋਰੈਂਟ ਵੀ ਹੈਗੇ ਨੇ। ਹੁਣ ਗੱਲ ਕਰਦੇ ਹਾਂ ਜੀ ਆਪਾਂ ਸਕਿੱਲਸ ਦੀਆਂ, ਜਿਹੜੀਆਂ ਤੁਸੀਂ ਉੱਥੇ ਰਹਿ ਕੇ ਸਿੱਖਦੇ ਹੋ ਤੇ ਤੁਹਾਡੇ ਲਾਈਫ ਟਾਈਮ 'ਚ ਜਿਹੜੀਆਂ ਕੰਮ ਆਉਂਦੀਆਂ ਨੇ। ਤੇ ਇਹਦੇ ਵਿੱਚ ਮੈਂ ਨਾਲ ਤਾਂ ਜਿਹੜੇ ਕੰਮ ਕਰਨ ਦੇ ਫਾਇਦੇ ਨੇ ਉਹ ਡਿਸਕਸ ਕਰੂੰਗੀ ਮੈਂ, ਤੇ ਉਹਦੇ ਵਿੱਚ ਜਿਹੜੀਆਂ ਤੁਸੀਂ ਸਕਿੱਲਸ ਸਿੱਖਦੇ ਹੋ ਉਹਦੇ 'ਚੋਂ ਕਿਹੜੀਆਂ ਹਾਰਡ ਸਕਿੱਲਸ ਨੇ ਜਿਹੜੀਆਂ ਸਿਰਫ ਰੈਸਟੋਰੈਂਟ ਜੌਬਸ ਲਈ ਯੂਜ਼ ਕਰ ਸਕਦੇ ਹੋ, ਤੇ ਕਿਹੜੀਆਂ ਜਿਹੜੀਆਂ ਸੌਫਟ ਸਕਿੱਲ ਨੇ ਜਿਹੜੀਆਂ ਹੋਰ ਡਿਫਰੈਂਟ ਕੈਟੇਗਰੀ ਦੀ ਜੌਬ ਦੇ ਵਿੱਚ ਵੀ ਤੁਸੀਂ ਯੂਜ਼ ਕਰ ਸਕਦੇ ਹੋ। ਸਭ ਤੋਂ ਪਹਿਲੀ ਆ ਗਈ ਜਿਹੜਾ ਫਾਇਦਾ ਤੁਹਾਡਾ ਰੈਸਟੋਰੈਂਟ 'ਚ ਕੰਮ ਕਰਨ ਦਾ, ਉਹ ਇਹ ਆ ਕਿ ਜਿਹੜਾ ਤੁਹਾਡਾ ਗਰੋਸਰੀ ਬਿੱਲ ਦਾ ਖਰਚਾ ਉਹ ਬਹੁਤ ਜ਼ਿਆਦਾ ਘੱਟ ਜਾਂਦਾ। ਪਰਸਨਲ ਐਕਸਪੀਰੀਅੰਸ ਤੋਂ ਦੱਸ ਰਹੀ ਹਾਂ ਮੈਂ ਇਹ ਗੱਲ ਕਿ ਕਿਉਂਕਿ ਤੁਸੀਂ ਜਿਹੜੇ ਦਿਨ ਤੁਸੀਂ ਤੁਹਾਡਾ ਕੰਮ ਹੁੰਦਾ ਉਸ ਦਿਨ ਤੁਸੀਂ ਉੱਥੇ ਹੀ ਖਾਂਦੇ ਹੋ, ਰਾਈਟ। ਫਿਰ ਉਹ ਤੋਂ ਬਾਅਦ ਜਦੋਂ ਤੁਹਾਡੀ ਸ਼ਿਫਟ ਜਿਹੜੀ ਆ ਖਤਮ ਹੁੰਦੀ ਆ, ਤੁਸੀਂ ਨਾਲ ਆਪਦਾ ਜਿਹੜਾ ਫੂਡ ਆ ਉਹ ਪੈਕੇਜ ਕਰਕੇ ਲਿਆ ਸਕਦੇ ਹੋ। ਯੂਜੂਅਲੀ ਜਿਹੜੇ ਓਨਰਸ ਨੇ ਰੈਸਟੋਰੈਂਟ ਦੇ ਉਹਨਾਂ 'ਤੇ ਡਿਪੈਂਡ ਕਰਦਾ, ਕਈ ਹੁੰਦੇ ਆ ਬਹੁਤ ਲੀਨੀਅੰਟ ਹੁੰਦਾ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ, ਰਾਈਟ। ਤੇ ਕਈ ਹੁੰਦੇ ਆ ਕਿ ਉਹਨਾਂ ਨੇ ਲਿਮਿਟ ਰੱਖੀ ਹੁੰਦੀ ਆ ਕਿ ਆਹ ਵਾਲੇ ਜਿਹੜੇ ਕੰਟੇਨਰ ਨੇ ਤੁਸੀਂ ਇਹ ਵਾਲੇ ਸਾਈਜ਼ ਦੇ ਕੰਟੇਨਰ ਦੇ ਵਿੱਚ ਜਿਹੜੀ ਆਪਣੀ ਮੀਲ ਆ ਉਹ ਪੈਕ ਕਰਕੇ ਤੁਸੀਂ ਘਰੇ ਲਿਜਾ ਸਕਦੇ ਹੋ, ਰਾਈਟ। ਸੋ ਉਹ ਡਿਫਰੈਂਟ ਤਰ੍ਹਾਂ ਦਾ ਹੁੰਦਾ, ਸਾਰਿਆਂ ਦਾ ਆਪਣਾ। ਤੇ ਜਿਹੜਾ ਸੈਕਿੰਡ ਫਾਇਦਾ ਰੈਸਟੋਰੈਂਟ 'ਚ ਕੰਮ ਕਰਨ ਦਾ ਉਹ ਹੋ ਗਿਆ ਆਪਣਾ ਜਿਹੜੀਆਂ ਟਿਪਸ ਮਿਲਦੀਆਂ ਨੇ। ਇਹ
ਇੱਕ ਤਰ੍ਹਾਂ ਨਾਲ ਫਾਇਦਾ ਵੀ ਆ ਤੇ ਨੁਕਸਾਨ ਵੀ ਆ, ਉਹ ਆਪਾਂ ਲੇਟਰ ਡਿਸਕਸ ਕਰਾਂਗੇ ਕਿ ਨੁਕਸਾਨ ਕਿੱਦਾਂ। ਪਰ ਇਹ ਆ ਕਿ ਜੇ ਤੁਸੀਂ ਉੱਥੇ ਜੌਬ ਕਰ ਰਹੇ ਹੋ, ਜਿਹੜੇ ਕਸਟਮਰ ਨੇ ਉਹਨਾਂ ਨੂੰ ਥੋੜੀ ਸਰਵਿਸ ਪਸੰਦ ਆਉਂਦੀ ਆ ਤਾਂ ਤੁਹਾਨੂੰ ਕਾਫੀ ਇਹ ਹੁੰਦਾ ਕਿ ਕਾਫੀ ਐਡ ਆਨ ਹੋ ਜਾਂਦੇ ਆ, ਤੁਹਾਡੀ ਜਿਹੜੀ ਡੇਲੀ ਦੀ ਇਨਕਮ ਆ ਉਹਦੇ ਵਿੱਚ ਇਹ ਇੱਕ ਤਰ੍ਹਾਂ ਨਾਲ ਐਡ ਆਨ ਹੋ ਜਾਂਦਾ ਜਦੋਂ ਤੁਹਾਨੂੰ ਜਿਹੜੀਆਂ ਟਿਪਸ ਨੇ ਉਹ ਯੂਜੂਲੀ ਕੈਸ਼ 'ਚ ਮਿਲਦੀਆਂ ਨੇ। ਕਈ ਰੈਸਟੋਰੈਂਟ 'ਚ ਇਹ ਹੁੰਦਾ ਕਿ ਜਿਹੜੀ ਟਿਪ ਆ ਉਹ ਵੀ ਬਿੱਲ ਦੇ ਵਿੱਚ ਇਨਕਲੂਡ ਹੁੰਦੀ ਆ, ਤੇ ਉਹ ਹੁੰਦਾ ਕਿ ਐਂਡ ਆਫ ਦਾ ਡੇ ਜਿਹੜੀ ਆ ਜਿੰਨੇ ਸਰਵਰ ਕੰਮ ਕਰ ਰਹੇ ਨੇ ਨਾ, ਜਿੰਨੇ ਵੀ ਜਿਹੜੇ EMPLOYEES ਨੇ ਉਹਨਾਂ ਦੇ ਵਿੱਚ ਸਪਲਿਟ ਹੋ ਜਾਂਦੀ ਹੈ ਜਿਹੜੀ ਆਪਣੀ ਜਿਹੜੀ ਬਿੱਲ ਦੇ ਵਿੱਚ ਐਡ ਕਰਕੇ ਜਿਹੜੀ ਟਿਪ ਅਮਾਊਂਟ ਮਿਲਦੀ ਆ। ਤੇ ਇਹ ਵੀ ਹਰੇਕ ਰੈਸਟੋਰੈਂਟ ਦਾ ਆਪਣੀ ਡਿਫਰੈਂਟ ਪਾਲਿਸੀਜ਼ ਹੁੰਦੀਆਂ ਨੇ। ਕਈ ਰੈਸਟੋਰੈਂਟ ਦੇ ਵਿੱਚ ਇਹ ਵੀ ਹੁੰਦਾ ਕਿ ਤੁਸੀਂ ਬਿੱਲ ਦੇ ਵਿੱਚ ਵੀ ਜਿਹੜੇ ਕਸਟਮਰਸ ਨੇ ਉਹ ਐਡ ਕਰਦੇ ਆ ਟਿਪ, ਤੇ ਜੇ ਤੁਹਾਡਾ ਸਰਵਿਸ ਪਸੰਦ ਆਉਂਦੀ ਆ ਤਾਂ ਉਹਨੂੰ ਐਕਸਟਰਾ ਐਡ ਆਨ ਤੁਹਾਨੂੰ ਕੈਸ਼ ਵੀ ਦੇ ਕੇ ਜਾਂਦੇ ਆ। ਪਰ ਕਈ ਰੈਸਟੋਰੈਂਟ ਹੁੰਦੇ ਆ ਕਿ ਜਿੱਥੇ ਜਿਹੜਾ ਕੈਸ਼ ਜਿਹੜੀਆਂ ਟਿਪਸ ਨੇ ਉਹ ਨਹੀਂ ਅਲਾਉਡ ਹੁੰਦੀਆਂ ਪਾਲਿਸੀਜ਼ ਦੇ ਹਿਸਾਬ ਨਾਲ, ਤੇ ਸਿਰਫ ਜਿਹੜਾ ਆਰਡਰ ਆ ਉਹਦੇ 'ਚ ਹੀ ਐਡ ਕਰਦੇ ਆ। ਤਾਂ ਇਹ ਵੀ ਇੱਕ ਡਿਫਰੈਂਟ ਆ, ਪਰ ਜੇ ਤੁਹਾਨੂੰ ਮਿਲਦੀ ਆ ਜਾਂ ਐਂਡ ਆਫ ਦਾ ਡੇ ਵੀ ਸਪਲਿਟ ਹੁੰਦੀ ਆ ਤਾਂ ਇਹ ਇੱਕ ਤਰ੍ਹਾਂ ਨਾਲ ਐਡ ਆਨ ਹੋ ਜਾਂਦੀ ਆ ਤੁਹਾਡੀ ਜਿਹੜੀ ਡੇਲੀ ਵੇਜ ਆ ਉਹਦੇ ਉੱਪਰ। ਪਰ ਇਹ ਵੀ ਇੱਕ ਤਰ੍ਹਾਂ ਦਾ ਹਾਰਡ ਸਕਿੱਲ ਆ, ਜੇ ਤੁਸੀਂ ਜਿਹੜੀ ਫੂਡ ਇੰਡਸਟਰੀ ਆ ਉਹਦੇ ਵਿੱਚ ਹੀ ਤੁਹਾਨੂੰ ਇਹਦਾ ਫਾਇਦਾ ਹੋ ਸਕਦਾ ਟਿਪਸ ਦਾ, ਕਿਉਂਕਿ ਕਾਫੀ ਜਿਹੜੀਆਂ ਅਦਰਸ ਜੌਬਸ ਨੇ ਉਹਨਾਂ ਦੇ ਵਿੱਚ ਟਿਪਸ ਦੀ ਆਪਸ਼ਨ ਨਹੀਂ ਹੁੰਦੀ ਹੈ। ਤੀਸਰਾ ਫਾਇਦਾ ਜਿਹੜਾ ਰੈਸਟੋਰੈਂਟ 'ਚ ਜੌਬ ਕਰਨ ਦਾ ਇਹ ਹੈਗਾ ਕਿ ਤੁਸੀਂ ਸਾਰਾ ਟਾਈਮ ਐਕਟਿਵ ਰਹਿੰਦੇ ਹੋ, ਕਿਉਂਕਿ ਤੁਹਾਨੂੰ ਇੱਧਰ ਉੱਧਰ ਜਾਣ ਦਾ ਤੇ ਹਰ ਟਾਈਮ ਤੁਸੀਂ ਔਨ ਯੂਰ ਫੀਟ ਤੁਸੀਂ ਐਕਟਿਵ ਰਹਿੰਦੇ ਹੋ, ਤਾਂ ਉਹ ਤੁਹਾਡੀ ਜਿਹੜੀ ਬਾਡੀ ਆ ਉਹਦੇ ਲਈ ਵਧੀਆ ਰਹਿੰਦਾ ਕਿ ਹਾਂ ਤੁਹਾਨੂੰ ਇੱਕ ਜਗ੍ਹਾ ਤੇ ਖੜ ਕੇ ਨਹੀਂ ਸਾਰਾ ਟਾਈਮ ਕੰਮ ਕਰਨਾ ਪੈਂਦਾ, ਤੇ ਤੁਹਾਡੀ ਬਾਡੀ ਦੀ ਜਿਹੜੀ ਸਰਕੂਲੇਸ਼ਨ ਆ, ਬਲੱਡ ਸਰਕੂਲੇਸ਼ਨ ਆ ਉਹ ਚੱਲਦੀ ਰਹਿੰਦੀ ਆ, ਤੇ ਤੁਹਾਡਾ ਜਿਹੜਾ ਸਟੈਪ ਕਾਊਂਟ ਆ ਉਹ ਵੀ ਵਧੀਆ ਰਹਿੰਦਾ, ਜਿਹੜਾ ਕਿ ਤੁਹਾਡੀ ਹੈਲਥ ਦੇ ਲਈ ਵਧੀਆ। ਚੌਥਾ ਜਿਹੜਾ ਫਾਇਦਾ ਹੈਗਾ ਰੈਸਟੋਰੈਂਟ 'ਚ ਕੰਮ ਕਰਨ ਦਾ ਉਹ ਹੈਗਾ ਕਿ ਤੁਹਾਨੂੰ ਜਿਹੜੀ ਟਿਲ ਆ, ਜਿਹੜੀ ਕੈਸ਼ੀਅਰ ਵਾਲੀ ਜਿਹੜੀਆਂ ਸਕਿੱਲਸ ਨੇ ਉਹ ਸਿੱਖਣ ਨੂੰ ਮਿਲਦੀਆਂ ਨੇ। ਜਿਹੜੀਆਂ ਕੈਸ਼ੀਅਰ ਵਾਲੀਆਂ ਸਕਿੱਲਸ ਨੇ ਉਹਦੇ ਵਿੱਚ ਇਹ ਹੁੰਦਾ ਕਿ ਜਿਹੜਾ ਵੀ ਤੁਸੀਂ ਫੂਡ ਸੈਲ ਕੀਤਾ ਉਹਦੀ ਟੋਟਲ ਅਮਾਊਂਟ ਤੁਸੀਂ ਚਾਰਜ ਕਰਦੇ ਹੋ, ਡਿਫਰੈਂਟ ਟਾਈਪਸ ਦੀ ਅਗਲਾ ਪੇਮੈਂਟ ਕਰਦਾ, ਤੇ ਉਹਦੇ ਜਿਹੜੀ ਕੈਸ਼ ਆ ਉਹਨੂੰ ਕਿਵੇਂ ਹੈਂਡਲ ਕਰਨਾ, ਮਾਰਨਿੰਗ 'ਚ ਜਿਹੜੀ ਟਿਲ ਆ ਉਹਨੂੰ ਕਿਵੇਂ ਓਪਨ ਕਰਨਾ, ਐਂਡ ਆਫ ਦਾ ਡੇ ਉਹਨੂੰ ਕਿਵੇਂ ਕਲੋਜ਼ ਕਰਨਾ, ਇਹ ਸਾਰੀਆਂ ਸਕਿੱਲਸ ਤੁਹਾਨੂੰ ਸਿੱਖਣ ਨੂੰ ਮਿਲਦੀਆਂ ਨੇ। ਇਹ ਜਿਹੜੀ ਸਕਿੱਲ ਆ ਇਹ ਇੱਕ ਤਰ੍ਹਾਂ ਨਾਲ ਸੌਫਟ ਸਕਿੱਲ ਆ ਕਿ ਜਿਹੜੀ ਤੁਸੀਂ ਕਿਸੇ ਵੀ ਰੀਟੇਲ ਜੌਬ ਦੇ ਵਿੱਚ ਜਿਹੜੀ ਆ ਤੁਸੀਂ ਯੂਜ਼ ਕਰ ਸਕਦੇ ਹੋ। ਵੈਦਰ ਤੁਸੀਂ ਕਿਸੇ ਸਟੋਰ ਤੇ ਕੰਮ ਕਰ ਰਹੇ ਹੋ, ਕਲੋਥਸ ਵਾਲੇ ਸਟੋਰ ਤੇ ਕੰਮ ਕਰ ਰਹੇ ਹੋ, ਕਿਸੇ ਵੀ ਜੁਐਲਰੀ ਵਾਲੇ ਸਟੋਰ ਤੇ ਕੰਮ ਕਰ ਰਹੇ ਹੋ, ਈਵਨ ਕਿ ਜਿਵੇਂ ਹੁਣ ਜਿਹੜੀ ਸਾਡੀ ਫਾਰਮੇਸੀ ਆ ਉੱਥੇ ਵੀ ਤੁਹਾਨੂੰ ਟਿਲ ਦੀ ਜ਼ਰੂਰਤ ਪੈਂਦੀ ਹੈ। ਜਿੱਥੇ ਵੀ ਕੋਈ ਰੀਟੇਲ ਸ਼ਾਪ ਆ ਉੱਥੇ ਤੁਸੀਂ ਇਹ ਜਿਹੜੀ ਕੈਸ਼ੀਅਰ ਦੀ ਜਿਹੜੀ ਸਕਿੱਲ ਆ ਉਹ ਤੁਸੀਂ ਯੂਜ਼ ਕਰ ਸਕਦੇ ਹੋ। ਪੰਜਵਾਂ ਫਾਇਦਾ ਹੈਗਾ ਕਿ ਤੁਸੀਂ ਲੋਟ ਆਫ ਪੀਪਲ ਦੇ ਕੰਟੈਕਟ ਦੇ ਵਿੱਚ ਆਉਂਦੇ ਹੋ। ਇਹਨੂੰ ਤੁਸੀਂ ਫਾਇਦੇ ਦੇ ਤੌਰ ਤੇ ਕਿਵੇਂ ਯੂਜ਼ ਕਰ ਸਕਦੇ ਹੋ? ਜਦੋਂ ਕੋਈ ਵੀ ਕਸਟਮਰ ਤੁਹਾਡੇ ਰੈਸਟੋਰੈਂਟ ਦੇ ਵਿੱਚ ਆਉਂਦੇ ਆ, ਉਹ ਕੋਈ ਵੀ ਆਪਦਾ ਕੋਈ ਬਿਜ਼ਨਸ ਕਰਦੇ ਹੋ ਸਕਦੇ ਆ, ਜਾਂ ਈਵਨ ਕਿ ਜੇ ਤੁਸੀਂ ਕਮਿਊਨੀਕੇਟ ਕਰਦੇ ਹੋ ਉਹਨਾਂ ਨਾਲ ਤਾਂ ਤੁਹਾਨੂੰ ਪਤਾ ਲੱਗਦਾ ਕਿ ਹਾਂ ਉਹ ਤੁਹਾਡੀ ਜਿਹੜੀ ਫੀਲਡ ਜੌਬ ਆ ਜਿਹਦੇ ਨਾਲ ਤੁਹਾਨੂੰ ਫਿਊਚਰ 'ਚ ਜਾ ਕੇ ਸ਼ਾਇਦ PR ਮਿਲ ਸਕਦੀ ਆ, ਉਹ ਵਾਲੀ ਜਿਹੜੀ ਕੰਪਨੀ ਆ ਉਹਨੂੰ ਓਨ ਕਰਦੇ ਵੀ ਹੋ ਸਕਦੇ ਆ। ਤਾਂ ਤੁਸੀਂ ਲੋਟ ਆਫ ਪੀਪਲ ਦੇ ਕੰਟੈਕਟਸ ਦੇ ਵਿੱਚ ਆਉਂਦੇ ਹੋ, ਈਵਨ ਦੋ ਕਿ ਹਾਂ ਜੇ ਉਹ ਡਾਇਰੈਕਟਲੀ ਤੁਹਾਡੀ ਹੈਲਪ ਨਹੀਂ ਕਰ ਸਕਦੇ ਕਿਸੇ ਤਰੀਕੇ ਨਾਲ, ਜੇ ਤੁਹਾਡਾ ਵਧੀਆ ਉਹਨਾਂ ਨਾਲ ਕਮਿਊਨੀਕੇਸ਼ਨ ਆ, ਵਧੀਆ ਉਹਨਾਂ ਨਾਲ ਕੰਟੈਕਟ ਬਣ ਗਿਆ। ਕੰਟੈਕਟਸ ਜਿਹੜੇ ਨੇ ਬਹੁਤ ਜ਼ਿਆਦਾ ਇੰਪੋਰਟੈਂਟ ਨੇ। ਅਗਲੇ ਤੁਹਾਨੂੰ ਨਹੀਂ ਪਤਾ ਕਿ ਉਹਨਾਂ ਦਾ ਅੱਗੇ ਕਿਸੇ ਨਾਲ ਕੰਟੈਕਟ ਹੈਗਾ ਜਾਂ ਉਹ ਕਿਸ ਤਰੀਕੇ ਨਾਲ ਤੁਹਾਨੂੰ ਕਿਸੇ ਵੀ ਟਾਈਮ ਤੇ ਤੁਹਾਨੂੰ ਲੋੜ ਪਵੇ ਤਾਂ ਕੰਮ ਆ ਸਕਦੇ ਆ। ਛੇਵਾਂ ਜਿਹੜਾ ਫਾਇਦਾ ਉਹ ਕੰਮ ਕਰਨ ਦਾ ਰੈਸਟੋਰੈਂਟ 'ਚ ਜਿਹੜੀ ਸੌਫਟ ਸਕਿੱਲ ਆ ਉਹ ਹੈਗੀ ਆ ਕਮਿਊਨੀਕੇਸ਼ਨ। ਹੁਣ ਜਿਹੜੀ ਕਮਿਊਨੀਕੇਸ਼ਨ ਆ ਉਹ ਤੁਹਾਡੀ ਤਾਂ ਹੀ ਇੰਪਰੂਵ ਹੋਊਗੀ ਜੇ ਤੁਸੀਂ ਇੰਗਲਿਸ਼ 'ਚ ਗੱਲ ਕਰੋਗੇ ਜਿਹੜੇ ਕਸਟਮਰਸ ਨੇ ਉਹਨਾਂ ਨਾਲ, ਜਾਂ ਜਿੱਥੇ ਇੰਗਲਿਸ਼ ਸਪੀਕਿੰਗ ਕਸਟਮਰਸ ਆਉਂਦੇ ਆ। ਜਿਹੜਾ ਹੁਣ ਤੱਕ ਦਾ ਮੇਰਾ ਐਕਸਪੀਰੀਅੰਸ ਆ, ਜਦੋਂ ਮੈਂ ਰੈਸਟੋਰੈਂਟ 'ਚ ਕੰਮ ਕੀਤਾ, ਮੈਂ ਪੰਜਾਬੀ ਰੈਸਟੋਰੈਂਟ 'ਤੇ ਕੰਮ ਕੀਤਾ, ਉੱਥੇ ਜ਼ਿਆਦਾ ਆਪਣੇ ਵਾਲੇ ਪੰਜਾਬੀ ਲੋਕ ਹੀ ਆਉਂਦੇ ਸੀ। ਸਪੈਸ਼ਲੀ ਟੋਰਾਂਟੋ ਦੇ ਵਿੱਚ ਮੈਂ ਇਹ ਨੋਟਿਸ ਕੀਤਾ ਕਿ ਜ਼ਿਆਦਾਤਰ ਜਿਹੜੇ ਪੰਜਾਬੀ ਰੈਸਟੋਰੈਂਟ ਨੇ ਆਪਣੇ, ਉਹਨਾਂ ਦੇ ਜਿਹੜੇ ਲੋਕ ਆਉਂਦੇ ਆ ਉਹ ਜ਼ਿਆਦਾ ਪੰਜਾਬੀ ਜਾਂ ਜਿਹੜੇ ਆਪਣੇ ਇੰਡੀਅਨ ਲੋਕ ਨੇ ਉਹੀ ਆਉਂਦੇ ਆ, ਤੇ ਮੋਸਟ ਪੀਪਲ ਜਿਹੜੇ ਨੇ ਉਹਨਾਂ ਨਾਲ ਪੰਜਾਬੀ 'ਚ ਗੱਲ ਹੁੰਦੀ ਆ, ਰਾਈਟ। ਤਾਂ ਉਹਦੇ ਨਾਲ ਤੁਹਾਡੀ ਜਿਹੜੀ ਕਮਿਊਨੀਕੇਸ਼ਨ ਆ ਉਹ ਨਹੀਂ ਇੰਪਰੂਵ ਹੁੰਦੀ। ਜਾਂ ਫਿਰ ਤੁਸੀਂ ਖੁਦ ਹੀ ਪੰਜਾਬੀ 'ਚ ਕਨਵਰਸੇਸ਼ਨ ਸਟ੍ਰਾਈਕ ਕਰਦੇ ਹੋ ਤਾਂ ਅਗਲਾ ਤੁਹਾਨੂੰ ਅੱਗੇ ਪੰਜਾਬੀ 'ਚ ਹੀ ਆਨਸਰ ਕਰਦਾ, ਤਾਂ ਉਹਦੇ ਨਾਲ ਤੁਹਾਡੀ ਜਿਹੜੀ ਕਮਿਊਨੀਕੇਸ਼ਨ ਆ ਉਹ ਕਦੇ ਵੀ ਇੰਪਰੂਵ ਨਹੀਂ ਹੁੰਦੀ। ਈਵਨ ਦੋ ਜੇ ਕਿਸੇ ਵੀ ਤੁਸੀਂ ਪੰਜਾਬੀ ਸਪੀਕਿੰਗ ਪੀਪਲ ਨੂੰ ਮਿਲਦੇ ਹੋ ਤਾਂ ਉਹਨਾਂ ਨਾਲ ਵੀ ਤੁਸੀਂ ਟਰਾਈ ਕਰੋ ਕਿ ਤੁਸੀਂ ਇੰਗਲਿਸ਼ 'ਚ ਗੱਲ ਕਰੋ। ਸਪੈਸ਼ਲੀ ਇਨ ਦ ਬਿਗਿਨਿੰਗ ਆਪਾਂ ਜਦੋਂ ਇੱਥੇ ਆਉਂਦੇ ਆ ਆਪਾਂ ਇਹ ਦੇਖਦੇ ਹਾਂ ਕਿ ਹਾਂ ਰਾਈਟ ਅਵੇ ਜਦੋਂ ਆਪਾਂ ਕਿਸੇ ਪੰਜਾਬੀ ਬੰਦੇ ਨੂੰ ਮਿਲਦੇ ਆ ਆਪਾਂ ਨੂੰ ਇਹ ਹੁੰਦਾ ਕਿ ਹਾਂ ਹੁਣ ਆਪਾਂ ਪੰਜਾਬੀ 'ਚ ਗੱਲ ਕਰ ਸਕਦੇ ਆ, ਕਿਉਂਕਿ ਆਪਾਂ ਕੰਫਰਟੇਬਲ ਫੀਲ ਕਰਦੇ ਆ। ਉਦੋਂ ਤੱਕ ਥੋੜੀ ਜਿਹੀ ਆਪਣੀ ਕਮਿਊਨੀਕੇਸ਼ਨ ਨੂੰ ਇੰਪਰੂਵ ਨਹੀਂ ਕਰ ਸਕਦੇ ਜਦ ਤੱਕ ਤੁਸੀਂ ਅਨਕੰਫਰਟੇਬਲ ਫੀਲ ਹੋ ਕੇ ਇਨੀਸ਼ੀਅਲੀ ਇੰਗਲਿਸ਼ 'ਚ ਗੱਲ ਕਰਨਾ ਆਪ ਖੁਦ ਨਹੀਂ ਸ਼ੁਰੂ ਕਰੋਗੇ। ਇੱਥੇ ਮੈਂ ਤੁਹਾਨੂੰ ਇਹ ਐਡਵਾਈਸ ਕਰੂੰਗੀ ਕਿ ਤੁਸੀਂ ਕਮਿਊਨੀਕੇਸ਼ਨ ਆਪਦੀ ਇੰਪਰੂਵ ਕਰਨੀ ਹੈ। ਜੇ ਤੁਸੀਂ ਰੈਸਟੋਰੈਂਟ 'ਚ ਕੰਮ ਕਰ ਰਹੇ ਹੋ ਤਾਂ ਇਹੀ ਆ ਕਿ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਇੰਗਲਿਸ਼ 'ਚ ਗੱਲ ਕਰੋ, ਇੰਗਲਿਸ਼ ਸਪੀਕਿੰਗ ਕਰੋ। ਤੇ ਇਹ ਹੁਣ ਜਿਵੇਂ ਮੈਂ ਅਲੱਗ-ਅਲੱਗ ਪ੍ਰੋਵਿੰਸਿਸ ਦੇ ਵਿੱਚ ਰਹੀ ਹਾਂ, ਦੇਖਿਆ ਕਿ ਟੋਰਾਂਟੋ 'ਚ ਜਦੋਂ ਮੈਂ ਰਹੀ ਹਾਂ ਉੱਥੇ ਇਹੀ ਸੀਗਾ ਕਿ ਜਿਹੜੇ ਜ਼ਿਆਦਾਤਰ ਆਪਣੇ ਰੈਸਟੋਰੈਂਟ ਨੇ ਉੱਥੇ ਜ਼ਿਆਦਾਤਰ ਆਪਣੇ ਲੋਕ ਹੀ ਆਉਂਦੇ ਆ।
ਪਰ ਇੱਥੇ ਹੁਣ ਜਿਵੇਂ ਮੈਂ BC 'ਚ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਆ ਜਾਂ ਮੈਂ ਸਸਕੈਚੁਅਨ ਆ, ਉੱਥੇ ਵੀ ਮੈਂ ਦੇਖਿਆ ਕਿ ਜਿਹੜੇ ਇੱਧਰਲੇ ਇਮੀਗ੍ਰੈਂਟ ਨੇ ਜਾਂ ਫਿਰ ਜਿਹੜੇ ਨੌਨ ਇੰਡੀਅਨ ਪੀਪਲ ਨੇ, ਉਹ ਵੀ ਆਪਣੇ ਜਿਹੜੇ ਇੰਡੀਅਨ ਰੈਸਟੋਰੈਂਟ ਨੇ, ਇੰਡੀਅਨ ਫੂਡ ਨੂੰ ਬਹੁਤ ਲਾਈਕ ਕਰਦੇ ਆ, ਉੱਥੇ ਆਉਂਦੇ ਆ। ਤਾਂ ਉੱਥੇ ਜੋ ਤੁਸੀਂ ਉਹਨਾਂ ਨਾਲ ਗੱਲ ਕਰਦੇ ਹੋ, ਉਹਨਾਂ ਨੂੰ ਤੁਸੀਂ ਜਿਹੜੀ ਡਿਸ਼ ਆ ਵੀ ਉਹ ਕਿਸ ਤੋਂ ਬਣੀ ਹੋਈ ਆ, ਕਿਹੜੇ ਕਿਹੜੇ ਇੰਗਰੀਡੀਐਂਟਸ ਨੇ ਉਹਦੇ ਵਿੱਚ, ਉਹ ਸਾਰਾ ਸਮਝਾਉਂਦੇ ਹੋ, ਤਾਂ ਉਹਦੇ ਨਾਲ ਤੁਹਾਡੀ ਜਿਹੜੀ ਕਮਿਊਨੀਕੇਸ਼ਨ ਆ ਉਹ ਕਾਫੀ ਇੰਪਰੂਵ ਹੁੰਦੀ ਆ। ਲਾਸਟ ਜਿਹੜਾ 7ਵਾਂ ਫਾਇਦਾ ਰੈਸਟੋਰੈਂਟ 'ਚ ਜੌਬ ਕਰਨ ਦਾ, ਉਹ ਹੈਗਾ ਕਿ ਤੁਹਾਨੂੰ ਲੋਟ ਆਫ ਪੇਸ਼ੈਂਸ ਤੁਸੀਂ ਬਿਲਡ ਕਰਦੇ ਹੋ, ਕਿਉਂਕਿ ਸਾਰੇ ਜਿਹੜੇ ਕਸਟਮਰਸ ਨੇ ਜਿੱਥੇ ਤੁਸੀਂ ਜੌਬ ਕਰਦੇ ਹੋ, ਉੱਥੇ ਜਿਹੜੇ ਆਉਂਦੇ ਆ ਉਹ ਸਾਰੇ ਕਾਈਂਡ ਪੀਪਲ ਜਾਂ ਜਿਹੜੇ ਮਤਲਬ ਅਪਰੀਸ਼ੀਏਟ ਕਰਨ ਵਾਲੇ ਉਹ ਨਹੀਂ ਹੁੰਦੇ ਆ। ਕਈ ਵਾਰ ਤੁਹਾਨੂੰ ਬਹੁਤ ਜ਼ਿਆਦਾ ਰੂਡ ਕਸਟਮਰ ਮਿਲਦੇ ਆ, ਈਵਨ ਦੋ ਤੁਹਾਡੀ ਕੋਈ ਆਪਣੀ ਖੁਦ ਦੀ ਗਲਤੀ ਵੀ ਨਹੀਂ ਹੁੰਦੀ, ਫਿਰ ਵੀ ਕਾਫੀ ਰੂਡ ਕਸਟਮਰਸ ਹੁੰਦੇ ਆ। ਉੱਥੇ ਤੁਸੀਂ ਉਹਨੂੰ ਇਸ ਤਰੀਕੇ ਨਾਲ ਹੈਂਡਲ ਕਰਦੇ ਹੋ ਕਿ ਤੁਸੀਂ ਜਿਹੜੀ ਤੁਹਾਡੀ ਪੇਸ਼ੈਂਸ ਆ ਉਹ ਬਹੁਤ ਜ਼ਿਆਦਾ ਬਿਲਡ ਹੁੰਦੀ ਹੈ, ਜਿਹੜੀ ਕਿ ਤੁਹਾਨੂੰ ਲਾਈਫ ਟਾਈਮ ਜਿਹੜੀ ਜਿੱਥੇ ਵੀ ਤੁਸੀਂ ਜੌਬ ਕਰੋਗੇ ਤੁਹਾਨੂੰ ਪੇਸ਼ੈਂਸ ਦੀ ਬਹੁਤ ਲੋੜ ਪੈਣੀ ਆ। ਉੱਥੇ ਤੁਹਾਨੂੰ ਜੇ ਤੁਹਾਡੀ ਪੇਸ਼ੈਂਸ ਜਿਹੜੀ ਆ ਰੈਸਟੋਰੈਂਟ 'ਚ ਜੌਬ ਕਰਕੇ ਬਿਲਡ ਹੋਈ ਹੋਊਗੀ ਤਾਂ ਉਹਦੀ ਤੁਹਾਡੀ ਬਹੁਤ ਜ਼ਿਆਦਾ ਹੈਲਪ ਹੋਊਗੀ। ਇਹ ਤਾਂ ਜੀ ਸੀਗੇ ਫਾਇਦੇ ਰੈਸਟੋਰੈਂਟ 'ਚ ਜੌਬ ਕਰਨ ਦੇ। ਹੁਣ ਆਪਾਂ ਗੱਲ ਕਰਦੇ ਹਾਂ ਜਿਹੜੇ ਨੁਕਸਾਨ ਨੇ ਰੈਸਟੋਰੈਂਟ 'ਚ ਜੌਬ ਕਰਨ ਦੇ। ਇਹਦੇ ਵਿੱਚ ਪਹਿਲਾ ਆ ਗਿਆ ਜੀ ਟਿਪਸ ਦਾ। ਯੈਸ, ਮੈਂ ਪਹਿਲਾਂ ਦੱਸਿਆ ਸੀਗਾ ਕਿ ਇੱਕ ਫਾਇਦਾ ਵੀ ਆ ਪਰ ਇਹ ਨੁਕਸਾਨ ਵੀ ਆ, ਕਿਉਂਕਿ ਕਈ ਜਗ੍ਹਾ ਤੇ ਕਈ ਜਿਹੜੇ ਰੈਸਟੋਰੈਂਟ ਨੇ ਉੱਥੇ ਕੀ ਹੁੰਦਾ ਕਿ ਜੇ ਤੁਹਾਨੂੰ ਕੈਸ਼ ਦੇ ਵਿੱਚ ਟਿਪਸ ਮਿਲਦੀਆਂ ਨੇ ਤਾਂ ਉਹ ਜਿਹੜੀ ਤੁਹਾਡੀ ਡੇਲੀ ਵੇਜ ਆ ਉਹਦੇ ਚੋਂ ਡਿਡਕਟ ਕਰ ਲੈਂਦੇ ਆ। ਤਾਂ ਉਹਦੇ ਕਰਕੇ ਕਿ ਉਹ ਤੁਹਾਡਾ ਨੁਕਸਾਨ ਹੋ ਰਿਹਾ, ਕਿਉਂਕਿ ਤੁਹਾਨੂੰ ਡੇਲੀ ਵੇਜ ਤਾਂ ਵੈਸੇ ਵੀ ਮਿਲਣੀ ਹੋ ਸੀਗੀ, ਪਰ ਜੇ ਉਹ ਤੁਹਾਨੂੰ ਡਿਡਕਟ ਕਰ ਰਿਹਾ ਉਹਦੇ ਵਿੱਚੋਂ ਤਾਂ ਇੱਕ ਤਰ੍ਹਾਂ ਨਾਲ ਤੁਹਾਡਾ ਨੁਕਸਾਨ ਹੀ ਹੋ ਜਾਂਦਾ। ਤੇ ਦੂਸਰਾ ਇਹ ਵੀ ਆ ਕਿ ਜੇ ਤੁਸੀਂ ਟਿਪਸ ਤੇ ਹੀ ਜ਼ਿਆਦਾ ਰਿਲਾਈ ਕਰਦੇ ਹੋ ਤਾਂ ਤੁਹਾਡੀ ਜਿਹੜੀ ਵੇਜ ਆ ਉਹ ਕੰਸਿਸਟੈਂਟ ਨਹੀਂ ਹੋਊਗੀ। ਤੁਸੀਂ ਜਿਹੜੀ ਆਪਣੀ ਬਜਟ ਪਲਾਨਿੰਗ ਆ, ਜਿਹੜੀ ਖਰਚੇ ਦੀ ਪਲਾਨਿੰਗ ਆ, ਉਹ ਤੁਸੀਂ ਸਹੀ ਤਰੀਕੇ ਨਾਲ ਨਹੀਂ ਕਰ ਪਾਓਗੇ, ਕਿਉਂਕਿ ਤੁਹਾਨੂੰ ਸ਼ੋਰਟੀ ਨਹੀਂ ਹੋਊਗੀ ਕਿ ਆਹ ਵੀਕ ਦੇ ਵਿੱਚ ਤੁਹਾਡੀ ਕਿੰਨੀ ਇਨਕਮ ਹੋਣੀ ਹੈ ਜਾਂ ਨੈਕਸਟ ਵੀਕ ਦੇ ਵਿੱਚ ਤੁਹਾਡੀ ਕਿੰਨੀ ਇਨਕਮ ਹੋਣੀ ਹੈ, ਰਾਈਟ। ਦੂਸਰਾ ਜਿਹੜਾ ਨੁਕਸਾਨ ਹੈ ਰੈਸਟੋਰੈਂਟ ਤੇ ਜੌਬ ਕਰਨ ਦਾ, ਉਹ ਹੈਗਾ weight gain, ਰਾਈਟ। ਤੁਸੀਂ ਫੂਡ ਨਾਲ ਬਹੁਤ ਜ਼ਿਆਦਾ ਕੰਫਰਟੇਬਲ ਹੋ ਜਾਂਦੇ ਹੋ, ਕਿਉਂਕਿ ਜਦੋਂ ਹਰ ਟਾਈਮ ਤੁਸੀਂ ਤੁਹਾਡੇ ਅੱਗੇ ਆਪਸ਼ਨਸ ਹੋਣਗੀਆਂ ਕਿ ਤੁਸੀਂ ਡਿਫਰੈਂਟ ਟਰਾਈ ਕਰ ਸਕਦੇ ਹੋ ਜਾਂ ਖਾ ਸਕਦੇ ਹੋ। ਸਪੈਸ਼ਲੀ ਜੇ ਤੁਸੀਂ ਪੰਜਾਬੀ ਰੈਸਟੋਰੈਂਟ 'ਤੇ ਕੰਮ ਕਰ ਰਹੇ ਹੋ ਤਾਂ ਉੱਥੇ ਬਹੁਤ ਜ਼ਿਆਦਾ ਮਠਿਆਈਆਂ ਨੇ, ਤਾਂ ਆਪਾਂ ਰੀਅਲਾਈਜ਼ ਨਹੀਂ ਕਰਦੇ ਕਿ ਆਪਾਂ ਇੱਕ ਪੀਸ ਖਾ ਲਿਆ ਜੋ ਦੂਸਰਾ ਖਾ ਲਿਆ, ਰੀਅਲਾਈਜ਼ ਨਹੀਂ ਹੁੰਦਾ ਕਿ ਟੋਟਲ ਦਿਨ ਦੇ ਵਿੱਚ ਤੁਸੀਂ ਕਿੰਨਾ ਖਾ ਰਹੇ ਹੋ। ਉਹਦੇ ਨਾਲ ਜਿਹੜਾ ਉਹ weight gain ਹੋਣ ਦੀ ਸੰਭਾਵਨਾ ਜਿਹੜੀ ਆ ਉਹ ਬਹੁਤ ਜ਼ਿਆਦਾ ਵੱਧ ਜਾਂਦੀ ਹੈ, ਤੇ ਜਿਹੜੀ ਤੁਹਾਡੀ ਯੂਨੀਫਾਰਮ ਆ ਸਲੋਲੀ ਨਾ ਟਾਈਟਰ ਤੇ ਟਾਈਟਰ ਹੁੰਦੀ ਜਾਂਦੀ ਆ। ਤੀਸਰਾ ਜਿਹੜਾ ਨੁਕਸਾਨ ਆ ਰੈਸਟੋਰੈਂਟ ਦੀ ਜੌਬ 'ਚ ਕੰਮ ਕਰਨ ਦਾ, ਉਹ ਇਨਸੇਨਲੀ ਰੂਡ ਕਸਟਮਰਸ। ਕਈ ਵਾਰ ਇਹ ਹੁੰਦਾ ਕਿ ਹਾਂ ਤੁਸੀਂ ਕਿਸੇ ਨੂੰ ਸਰਵ ਕੀਤਾ, ਰਾਈਟ, ਸਭ ਕੁਝ ਸਹੀ ਆ, ਤੁਸੀਂ ਫੂਡ ਵੀ ਸਹੀ ਕੀਤਾ, ਪਰ ਕਈ ਵਾਰ ਇਹ ਹੁੰਦਾ ਕਿ ਅਗਲੇ ਦਾ ਆਪਦਾ ਦਿਨ ਮਾੜਾ ਚੱਲ ਰਿਹਾ, ਤਾਂ ਉਹ ਜਿਹੜਾ ਕਈ ਵਾਰ ਕਸਟਮਰ ਆ ਜਿਹੜਾ ਬਿਨਾਂ ਤੁਹਾਡੀ ਗਲਤੀ ਦੇ ਬਹੁਤ ਜ਼ਿਆਦਾ ਰੂਡ ਹੁੰਦਾ, ਉਹਦੇ ਨਾਲ ਇਹ ਹੁੰਦਾ ਕਿ ਤੁਹਾਡਾ ਆਪਦਾ ਸਾਰਾ ਦਿਨ ਜਿਹੜਾ ਉਹ ਅਪਸੈਟ ਹੋ ਕੇ ਜਾਂ ਖਰਾਬ ਹੋ ਕੇ ਨਿਕਲਦਾ। ਚੌਥਾ ਜਿਹੜਾ ਨੁਕਸਾਨ ਆ ਉਹ ਇਹ ਆ ਕਿ ਰੈਸਟੋਰੈਂਟ ਦੀ ਜੌਬ ਜਿਹੜੀ ਆ ਉਹ ਬਿਜ਼ੀਅਰ ਕਦੋਂ ਹੁੰਦੀ ਆ, ਜਦੋਂ ਜ਼ਿਆਦਾ ਲੋਕ ਖਾਣ ਜਾਂਦੇ ਆ। ਉਹ ਕਦੋਂ ਹੁੰਦੀ ਆ? ਵੀਕਐਂਡਸ ਤੇ ਜਾਂ ਜਦੋਂ ਹੌਲੀਡੇਜ਼ ਨੇ। ਤਾਂ ਜਿੱਥੇ ਤਾਂ ਲੋਕ ਜਿਹੜੇ ਆ ਹੌਲੀਡੇਜ਼ ਮਨਾ ਰਹੇ ਹੋਣਗੇ, ਤੁਸੀਂ ਉਸੇ ਟਾਈਮ ਤੇ ਜ਼ਿਆਦਾ ਕੰਮ ਕਰ ਰਹੇ ਹੋਣਗੇ, ਕਿਉਂਕਿ ਉਦੋਂ ਹੀ ਜਿਹੜੇ ਰੈਸਟੋਰੈਂਟ ਨੇ ਉਹ ਜ਼ਿਆਦਾ ਬਿਜ਼ੀ ਹੁੰਦੇ ਆ। ਸਪੈਸ਼ਲੀ ਜਿਹੜੇ ਆਪਣੇ ਪੰਜਾਬੀ ਰੈਸਟੋਰੈਂਟ ਨੇ, ਦੀਵਾਲੀ ਦੇ ਅਰਾਊਂਡ ਜਦੋਂ ਤੁਹਾਨੂੰ ਇਹ ਹੋਊਗਾ ਕਿ ਹਾਂ ਅਸੀਂ ਵੀ ਆਪਣੀ ਦੀਵਾਲੀ ਮਨਾਉਣੀ ਆ ਜਾਂ ਛੁੱਟੀ ਲੈਣੀ ਆ, ਉਦੋਂ ਹੀ ਉਹ ਸਭ ਤੋਂ ਜ਼ਿਆਦਾ ਬਿਜ਼ੀਐਸਟ ਹੁੰਦੇ ਆ, ਕਿਉਂਕਿ ਉਦੋਂ ਹੀ ਮੋਸਟ ਪੀਪਲ ਜਿਹੜੇ ਆ ਉਹ ਮਠਿਆਈਆਂ ਲੈਣ ਜਾਂ ਹੋਰ ਜਿਹੜਾ ਫੂਡ ਆ ਉਹ ਬਾਹਰੋਂ ਆਰਡਰ ਕਰਨ ਜਾਂਦੇ, ਕਿਉਂਕਿ ਖੁਦ ਉਹਨਾਂ ਦਾ ਡੇ ਆਫ ਹੁੰਦਾ ਜਾਂ ਉਹਨਾਂ ਨੇ ਪ੍ਰੈਪਰੇਸ਼ਨ ਕਰਨੀ ਹੁੰਦੀ ਆ ਫੈਸਟੀਵਲ ਦੀ, ਉਹ ਘਰੇ ਨਹੀਂ ਕੁੱਕ ਕਰਨਾ ਚਾਹੁੰਦੇ, ਤਾਂ ਉਦੋਂ ਬਿਜ਼ੀਐਸਟ ਹੁੰਦੇ ਆ। ਤਾਂ ਤੁਸੀਂ ਕੋਈ ਵੀਕਐਂਡਸ ਜਾਂ ਤੁਸੀਂ ਜਿਹੜੇ ਫੈਸਟੀਵਲ ਨੇ ਉਹ ਜਿਹੜੇ ਫ੍ਰੀ ਡੇਜ਼ ਐਜ਼ ਅ ਫ੍ਰੀ ਡੇਜ਼ ਨਹੀਂ ਮਨਾ ਸਕਦੇ। ਪੰਜਵਾਂ ਜਿਹੜਾ ਨੁਕਸਾਨ ਆ ਰੈਸਟੋਰੈਂਟ 'ਚ ਜੌਬ ਕਰਨ ਦਾ, ਉਹ ਇਹ ਆ ਕਿ ਥੋੜੀ ਬੋਡੀ ਜਿਹੜੀ ਆ ਉਹ ਸਟ੍ਰੈਸਡ ਆਊਟ ਬਹੁਤ ਜ਼ਿਆਦਾ ਹੋ ਜਾਂਦੀ ਹੈ, ਕਿਉਂਕਿ ਕਈ ਵਾਰ ਜਿਹੜੀ ਕਾਫੀ ਹੈਵੀ ਲਿਫਟਿੰਗ ਰਿਕੁਆਇਰਡ ਹੁੰਦੀ ਆ, ਸਪੈਸ਼ਲੀ ਜਦੋਂ ਜਿਵੇਂ ਜਿਹੜੀਆਂ ਦਾਲਾਂ ਸਬਜ਼ੀਆਂ ਨੇ ਉਹਨਾਂ ਜਿਹੜਾ ਤੁਸੀਂ ਅੱਗੇ ਬਫੇ 'ਚ ਲੈ ਕੇ ਜਾਣਾ, ਜਾਂ ਉਹ ਜਿਹੜੀਆਂ ਪਿੱਛੇ ਹੀਟਰ ਦੇ ਵਿੱਚ ਸਟੋਰ ਹੁੰਦੀਆਂ ਨੇ, ਕਾਫੀ ਵੱਡੇ ਕੰਟੇਨਰਸ ਹੁੰਦੇ ਆ ਜਿਹੜੇ ਕਿ ਤੁਹਾਨੂੰ ਕਾਫੀ ਵਾਰ ਦਿਨ ਦੇ ਵਿੱਚ ਲਿਫਟ ਕਰਨੇ ਪੈਂਦੇ ਆ। ਉਹਦੇ ਨਾਲ ਥੋੜੀ ਜਿਹੜੀ ਨੀਜ਼ ਨੇ ਜਾਂ ਥੋੜੀਆਂ ਐਂਕਲਸ ਨੇ ਜਿਹੜੀਆਂ, ਉਹਨਾਂ ਤੇ ਕਾਫੀ ਜ਼ਿਆਦਾ ਸਟ੍ਰੈਸ ਪੈਂਦੀ ਆ। ਤੇ ਜੇ ਤੁਸੀਂ ਲਗਾਤਾਰ ਕਾਫੀ ਸਾਲ ਇਹ ਜੌਬ ਕਰਦੇ ਹੋ ਤਾਂ ਉਹਦੇ ਨਾਲ ਤੁਹਾਨੂੰ ਕਾਫੀ ਹੈਲਥ ਪ੍ਰੋਬਲਮਸ ਵੀ ਆ ਸਕਦੀਆਂ ਨੇ। ਛੇਵਾਂ ਜਿਹੜਾ ਨੁਕਸਾਨ ਹੈ ਰੈਸਟੋਰੈਂਟ 'ਤੇ ਜੌਬ ਕਰਨ ਦਾ, ਉਹ ਇਹ ਆ ਕਿ ਤੁਸੀਂ ਜਦੋਂ ਕਿਤੇ ਵੀ ਆਪ ਡਾਈਨ ਆਊਟ ਕਰਨ ਜਾਂਦੇ ਹੋ ਤਾਂ ਤੁਹਾਡਾ ਧਿਆਨ ਉੱਥੇ ਜ਼ਿਆਦਾ ਨਾ ਆਟੋਮੈਟਿਕਲੀ ਸਰਵਰਸ 'ਤੇ ਹੀ ਰਹਿੰਦਾ ਕਿ ਉਹ ਕਿਵੇਂ ਕੰਮ ਕਰ ਰਹੇ ਨੇ, ਉਹ ਤੁਸੀਂ ਜਿਹੜਾ ਆਪਦੇ ਰੈਸਟੋਰੈਂਟ 'ਤੇ ਕਿਵੇਂ ਕੰਮ ਕਰਦੇ ਹੋ, ਤਾਂ ਕਰਕੇ ਜਿਹੜਾ ਤੁਹਾਡਾ ਡਾਈਨ ਆਊਟ ਆ ਉਹ ਤੁਸੀਂ ਸਹੀ ਤਰੀਕੇ ਨਾਲ ਇੰਜੋਏ ਨਹੀਂ ਕਰ ਸਕਦੇ ਹੈਗੇ। ਸੱਤਵਾਂ ਜਿਹੜਾ ਨੁਕਸਾਨ ਹੈ ਰੈਸਟੋਰੈਂਟ 'ਤੇ ਜੌਬ ਕਰਨ ਦਾ, ਉਹ ਇਹ ਹੈ ਕਿ ਕੋਈ ਹੈਲਥ ਬੈਨੀਫਿਟਸ ਨਹੀਂ ਹੁੰਦੇ। ਈਵਨ ਦੋ ਕਿ ਜੇ ਤੁਸੀਂ ਕੋਈ ਪਾਰਟ ਟਾਈਮ ਜਾਂ ਕੈਸ਼ ਜੌਬ ਨਹੀਂ ਵੀ ਕਰ ਰਹੇ ਹੈਗੇ, ਤੁਸੀਂ ਫੁੱਲ ਟਾਈਮ ਜੌਬ ਕਰ ਰਹੇ ਹੋ, ਜਿਹੜੇ ਰੈਸਟੋਰੈਂਟ ਨੇ ਉਹਨਾਂ ਦੇ ਜਿਹੜੇ ਹੈਲਥ ਬੈਨੀਫਿਟਸ ਨੇ ਉਹ ਜਿਹੜੀਆਂ ਬਾਕੀ ਡਿਫਰੈਂਟ ਟਾਈਪਸ ਦੀਆਂ ਜੌਬ ਨੇ ਉਹਨਾਂ ਦੇ ਕੰਪੇਅਰੇਬਲ ਨਹੀਂ ਹੁੰਦੇ ਹੈਗੇ। ਜੇ ਤੁਸੀਂ ਪਾਰਟ ਟਾਈਮ ਜੌਬ ਕਰ ਰਹੇ ਹੋ ਜਾਂ ਕੈਸ਼ ਜੌਬ ਕਰ ਰਹੇ ਹੋ, ਫਿਰ ਤਾਂ ਤੁਹਾਡੇ ਕੋਈ ਹੈਲਥ ਬੈਨੀਫਿਟ ਹੁੰਦੇ ਹੀ ਨਹੀਂ ਹੈਗੇ,
ਕਿਉਂਕਿ ਕਈ ਵਾਰ ਇਹ ਹੁੰਦਾ ਕਿ ਯੂਜੂਅਲੀ ਜਦੋਂ ਆਪਾਂ ਯੰਗ ਹੁੰਦੇ ਆਪਾਂ ਕੰਮ ਕਰ ਰਹੇ ਹੁੰਦੇ ਜ਼ਿਆਦਾ ਕੋਈ ਹੈਲਥ ਪ੍ਰੋਬਲਮ ਤਾਂ ਨਹੀਂ ਆਉਂਦੀ। ਜੇ ਸਡਨਲੀ ਕੋਈ ਆਉਂਦੀ ਆ ਤਾਂ ਉਹਦੇ ਨਾਲ ਜਿਹੜੇ ਹੈਲਥ ਐਕਸਪੈਂਸਿਸ ਨੇ ਉਹ ਕਾਫੀ ਜ਼ਿਆਦਾ ਹੋ ਜਾਂਦੇ ਆ। ਸਪੈਸ਼ਲੀ ਰਾਈਟ ਨਾਓ ਕਿ ਹੁਣ ਮੈਂ ਫਾਰਮੇਸੀ 'ਚ ਕੰਮ ਕਰ ਰਹੀ ਹਾਂ, ਕਈ ਜਿਹੜੀਆਂ ਮੈਡੀਕੇਸ਼ਨਸ ਨੇ ਈਵਨ $500 ਤੱਕ ਵੀ ਹੁੰਦੀਆਂ ਨੇ। ਤਾਂ ਤੁਹਾਨੂੰ ਇਹ ਹੁੰਦਾ ਕਿ ਹਾਂ ਜੇ ਤੁਹਾਡੇ ਬੈਨੀਫਿਟਸ ਥੋੜੀ ਕਵਰੇਜ ਨਹੀਂ ਹੈਗੀ ਤਾਂ ਉਹ ਤੁਹਾਨੂੰ ਸਾਰਾ ਆਊਟ ਆਫ ਯੂਰ ਪਾਕਟ ਸਪੈਂਡ ਕਰਨਾ ਪੈਂਦਾ। ਤੇ ਉਹਦੇ ਨਾਲ ਇਹ ਹੁੰਦਾ ਕਿ ਜਿਹੜਾ ਤੁਸੀਂ ਵੀਕਲੀ ਸਾਰੀ ਵੇਜ ਕਮਾਈ ਆ ਉਹ ਸਾਰੀ ਤੁਹਾਡੀ ਮੈਡੀਕਲ ਐਕਸਪੈਂਸਿਸ ਕੁੱਡ ਵੀ ਜਾ ਸਕਦੀ ਹੈ ਜੇ ਤੁਹਾਨੂੰ ਇਹੋ ਜਿਹੀ ਸਿਚੁਏਸ਼ਨ ਜਿਹੜੀ ਆ ਉਹ ਰਾਈਜ਼ ਹੁੰਦੀ ਆ। ਵੀਡੀਓ ਨੂੰ ਸਮ ਅਪ ਕਰਨ ਲਈ ਮੈਂ ਇਹ ਨਹੀਂ ਕਹੂੰਗੀ ਕਿ ਹਾਂ ਰੈਸਟੋਰੈਂਟ 'ਚ ਕੰਮ ਕਰਨਾ ਮਾੜਾ ਜਾਂ ਚੰਗਾ। ਤੁਸੀਂ ਸਾਰੇ ਫਾਇਦੇ ਤੇ ਨੁਕਸਾਨ ਧਿਆਨ 'ਚ ਰੱਖ ਕੇ ਖੁਦ ਡਿਸਾਈਡ ਕਰਨਾ ਕਿ ਤੁਹਾਡੇ ਲਈ ਕੀ ਚੰਗਾ। ਵੈਸੇ ਐਂਡ ਆਫ ਦਾ ਡੇ ਇਹ ਮੈਟਰ ਕਰਦਾ ਤੁਸੀਂ ਜਦੋਂ ਕੋਈ ਜੌਬ ਕਰ ਰਹੇ ਹੋ, ਜੇ ਤੁਸੀਂ ਉਹਨੂੰ ਇੰਜੋਏ ਕਰਕੇ ਕਰ ਰਹੇ ਹੋ ਨਾ ਤਾਂ ਤੁਹਾਡਾ ਦਿਨ ਜਿਹੜਾ ਉਹ ਬਹੁਤ ਵਧੀਆ ਨਿਕਲੂਗਾ, ਰਾਈਟ। ਤਾਂ ਇਹ ਤੁਸੀਂ ਡਿਸਾਈਡ ਕਰਨਾ ਕਿ ਤੁਹਾਡਾ ਜਿਹੜੀ ਚੀਜ਼ ਇੰਟਰਸਟ ਆ। ਜੇ ਤੁਹਾਨੂੰ ਰੈਸਟੋਰੈਂਟ 'ਚ ਕੰਮ ਕਰਨ 'ਚ ਵਧੀਆ ਲੱਗਦਾ ਤਾਂ ਤੁਸੀਂ ਉੱਥੇ ਕੰਮ ਕਰ ਸਕਦੇ ਹੋ। ਤੇ ਜਿਹੜੀਆਂ ਰੈਸਟੋਰੈਂਟ ਦੀਆਂ ਜੌਬਸ ਨੇ ਸਪੈਸ਼ਲੀ ਇਨੀਸ਼ੀਅਲੀ ਜਦੋਂ ਸਟੂਡੈਂਟਸ ਸ਼ੁਰੂ ਕਰਦੇ ਆ ਤਾਂ ਤੁਸੀਂ ਪਾਰਟ ਟਾਈਮ ਵੀ ਕਰ ਸਕਦੇ ਹੋ। ਈਵਨ ਦੋ ਕਿ ਤੁਸੀਂ ਕਿਤੇ ਹੋਰ ਵੀ ਜੌਬ ਕਰ ਰਹੇ ਹੋ, ਜੌਬ ਦੀ ਫੀਲਡ ਜੌਬ ਕਿਤੇ ਹੋਰ ਕਰ ਰਹੇ ਹੋ, ਤੁਸੀਂ ਨਾਲ ਵੀਕਐਂਡਸ ਤੇ ਰੈਸਟੋਰੈਂਟ ਤੇ ਪਾਰਟ ਟਾਈਮ ਜੌਬ ਜਿਹੜੀ ਉਹ ਕੰਟੀਨਿਊ ਕਰ ਸਕਦੇ ਹੋ। ਉਹਦੇ ਨਾਲ ਤੁਹਾਡਾ ਗਰੋਸਰੀ ਦਾ ਬਿੱਲ ਵੀ ਘੱਟ ਰਹੂਗਾ ਤੇ ਤੁਹਾਨੂੰ ਡਿਫਰੈਂਟ ਸੈਟ ਆਫ ਵਰਕ ਇਨਵਾਇਰਨਮੈਂਟਸ, ਡਿਫਰੈਂਟ ਸੈਟ ਆਫ ਸਕਿੱਲਸ ਵੀ ਤੁਹਾਡੇ ਬਣਦੇ ਰਹਿਣਗੇ। ਤੇ ਇਸ ਦੇ ਨਾਲ ਹੀ ਇਹ ਵੀਡੀਓ ਆਪਾਂ ਖਤਮ ਕਰਦੇ ਹਾਂ। ਜੇ ਤੁਹਾਨੂੰ ਇਹਦੇ 'ਚ ਕੁਝ ਵੀ ਚੰਗਾ ਲੱਗਿਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਨੈਕਸਟ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਫੀਲਡ ਜੌਬ ਦੇ ਬਾਰੇ 'ਚ। ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ।